ਮੈਂ ਇੱਕ ਕਾਂਸਟੇਬਲ ਦੀ ਨੌਕਰੀ ਕਰਦੀ ਸੀ। ਮੇਰਾ ਨਾਂ ਰੀਤ ਹੈ। ਮੇਰੇ ਵਿਆਹ ਨੂੰ 1.5 ਸਾਲ ਹੋ ਗਿਆ ਸੀ। ਮੇਰਾ 6 ਮਹੀਨੇ ਦਾ ਪੁੱਤ ਸੀ। ਉਹ ਬਿਮਾਰ ਰਹਿੰਦਾ ਸੀ। ਮੈਂ ਉਸ ਨੂੰ ਆਪਣੀ ਮਾਂ ਕੋਲ ਛੱਡ ਆਉਂਦੀ ਸੀ। ਉਹ ਠੀਕ ਨਹੀਂ ਹੋ ਰਿਹਾ ਸੀ। ਮੇਰੀ ਮਾਂ ਨੇ ਮੈਨੂੰ ਕਿਹਾ ਕਿ ਇਸ ਨੂੰ ਡਾਕਟਰ ਕੋਲ ਲੈ ਕੇ ਜਾ, ਕਿਤੇ ਤੇਰੀ ਨੌਕਰੀ ਦੇ ਚੱਕਰ ਵਿੱਚ ਇਸ ਨੂੰ ਕੁਝ ਨਾ ਹੋ ਜਾਵੇ। ਮੈਂ ਮਾਂ ਦੀ ਗੱਲ ਸੁਣ ਕੇ ਡਰ ਗਈ ਅਤੇ ਆਪਣੇ ਥਾਣੇ ਤੋਂ ਛੁੱਟੀ ਲਿੱਤੀ। 3 ਦਿਨ ਮੈਂ ਬਸ ਉਸ ਦੇ ਦੁਆਲੇ ਹੀ ਲੱਗੀ ਰਹੀ, ਕਿਉਂਕਿ ਉਸ ਦੀ ਸਿਹਤ ਜ਼ਿਆਦਾ ਖਰਾਬ ਸੀ। ਮੈਂ ਕੀ ਕੁਝ ਨਹੀਂ ਕੀਤਾ ਸੀ। ਆਪਣੇ ਰੱਬ ਅੱਗੇ ਅਰਦਾਸਾਂ ਕੀਤੀਆਂ ਤੇ ਉਸ ਨੇ ਮੇਰੀ ਸੁਣ ਲਈ ਸੀ। ਮੇਰਾ ਪੁੱਤ ਠੀਕ ਹੋ ਗਿਆ ਸੀ। ਮੈਂ ਵਾਪਸ ਆਪਣੀ ਡਿਊਟੀ ਤੇ ਗਈ। ਮੈਨੂੰ ਜੇਲ੍ਹ ਵਿੱਚ ਇੱਕ ਨਵਾਂ ਚਿਹਰਾ ਦਿਸਿਆ ਸੀ। ਮੈਂ ਆਪਣੀ ਸਾਥੀ ਕਾਂਸਟੇਬਲ ਨੂੰ ਪੁੱਛਿਆ ਕਿ ਇਸ ਕੁੜੀ ਦਾ ਜੁਰਮ ਕੀ ਹੈ। ਮੇਰੀ ਸਾਥੀ ਜੱਸ ਨੇ ਮੈਨੂੰ ਦੱਸਿਆ। ਮੈਂ ਤਾਂ ਦੰਗ ਰਹਿ ਗਈ ਸੀ। ਉਸ ਨੇ ਕਿਹਾ ਕਿ ਇਸ ਨੇ ਆਪਣੇ 3 ਮਹੀਨੇ ਦੇ ਬੱਚੇ ਨੂੰ ਮਾਰ ਦਿੱਤਾ ਹੈ। ਮੇਰੇ ਸਾਹਮਣੇ 22 ਸਾਲ ਦੀ ਇੱਕ ਅਜਿਹੀ ਔਰਤ ਸੀ ਜੋ ਮਾਂ ਦੇ ਨਾਂ ਤੇ ਕਲੰਕ ਸੀ। ਫਿਰ ਮੈਂ ਉਸ ਕੋਲ ਗਈ ਤੇ ਪੁੱਛਿਆ ਕਿ ਤੂੰ ਆਪਣੇ ਬੱਚੇ ਨੂੰ ਕਿਉਂ ਮਾਰ ਦਿੱਤਾ। ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਇੱਧਰ-ਉੱਧਰ ਗੁੰਮ ਜਿਹੀ ਨਜ਼ਰ ਨਾਲ ਵੇਖਣ ਲੱਗੀ। ਮੈਂ ਆਪਣੀ ਸਾਥੀ ਰੇਖਾ ਨੂੰ ਪੁੱਛਿਆ ਕਿ ਇਸ ਦਾ ਜੁਰਮ ਸਾਬਤ ਹੋ ਗਿਆ ਹੈ। ਉਸ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਕਿਹਾ ਕਿ ਪੂਰੇ ਮਹੱਲੇ ਨੇ ਇਸ ਨੂੰ ਰੰਗੇ ਹੱਥੀਂ ਫੜਿਆ ਹੈ। ਮੇਰਾ ਤਾਂ ਦਿਲ ਦਹਿਲ ਗਿਆ ਸੀ। ਮੈਂ ਸੋਚ ਲਿਆ ਕਿ ਮੈਂ ਇਸ ਔਰਤ ਨੂੰ ਸਜ਼ਾ ਦਿਲਵਾ ਕੇ ਰਹੂੰਗੀ। ਮੈਨੂੰ ਆਪਣੇ ਬੱਚੇ ਨਾਲ ਬਹੁਤ ਪਿਆਰ ਸੀ ਤੇ ਕਿਸੇ ਹੋਰ ਬੱਚੇ ਨਾਲ ਇਹ ਦਰਦਨਾਕ ਹਾਦਸਾ ਮੇਰਾ ਦਿਲ ਚੀਰ ਗਿਆ ਸੀ। ਮੇਰੀ ਅੱਖਾਂ ਦੇ ਸਾਹਮਣੇ ਮੇਰੇ ਮਾਸੂਮ ਬੱਚੇ ਦਾ ਚਿਹਰਾ ਆ ਗਿਆ ਸੀ। ਮੈਂ ਦੇਖਿਆ ਕਿ ਸ਼ਬਨਮ ਦਾ ਬਾਕੀ ਔਰਤਾਂ ਨਾਲ ਜੇਲ੍ਹ ਵਿੱਚ ਚੰਗਾ ਸਲੂਕ ਨਹੀਂ ਸੀ। ਔਰਤਾਂ ਉਸ ਨੂੰ ਬੁਰਾ ਭਲਾ ਕਹਿੰਦੀਆਂ ਸੀ, ਉਸ ਤੇ ਉਂਗਲਾਂ ਚੁੱਕਦੀਆਂ ਸੀ। ਮੈਨੂੰ ਇਹ ਸੀ ਕਿ ਕਦੋਂ ਤੱਕ ਚੁੱਪ ਰਹੂੰਗੀ। ਕਦੀ ਨਾ ਕਦੀ ਤਾਂ ਮੂੰਹ ਖੋਲ੍ਹੇਗੀ, ਪਰ ਉਹ ਨਾ ਬੋਲੀ। 2 ਹਫ਼ਤੇ ਹੋ ਗਏ ਸੀ ਉਹ ਚੁੱਪ ਸੀ, ਨਾ ਹੀ ਰੋਟੀ ਖਾਂਦੀ ਸੀ, ਬਸ ਕੰਧਾਂ ਵੱਲ ਦੇਖਦੀ ਰਹਿੰਦੀ ਸੀ। ਇੱਕ ਦਿਨ ਸ਼ਬਨਮ ਨੂੰ ਉਸ ਦਾ ਘਰਵਾਲਾ ਮਿਲਣ ਆਇਆ। ਸਭ ਨੂੰ ਸੀ ਕਿ ਸ਼ਬਨਮ ਨੇ ਆਪਣੇ ਬੱਚੇ ਨੂੰ ਬੁਰੀ ਤਰ੍ਹਾਂ ਮਾਰਿਆ ਸੀ ਅਤੇ ਉਸ ਦਾ ਘਰਵਾਲਾ ਉਸ ਤੋਂ ਬਦਲਾ ਲਏਗਾ। ਇਸ ਲਈ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤਾਂ ਮੇਰੀ ਡਿਊਟੀ ਉੱਥੇ ਲਗਾ ਦਿੱਤੀ। ਉਸ ਦਾ ਘਰਵਾਲਾ ਬਹੁਤ ਸੋਹਣਾ ਪੜ੍ਹਿਆ ਲਿਖਿਆ ਸੀ। ਉਸ ਨੇ ਸ਼ਬਨਮ ਨੂੰ ਕਿਹਾ ਕਿ ਤੂੰ ਆਪਣੇ ਬੱਚੇ ਨੂੰ ਕਿਉਂ ਇੰਨੀ ਬੁਰੀ ਤਰ੍ਹਾਂ ਮਾਰਿਆ। ਮੈਂ ਮੰਨਦਾ ਹਾਂ ਕਿ ਤੈਨੂੰ ਮੇਰੇ ਤੋਂ ਨਫ਼ਰਤ ਸੀ, ਪਰ ਤੂੰ ਬੱਚੇ ਨਾਲ ਗਲਤ ਕੀਤਾ। ਤੂੰ ਉਸ ਨੂੰ ਇੰਨੀ ਬੇਰਹਿਮੀ ਨਾਲ ਮਾਰ ਦਿੱਤਾ। ਉਸ ਦੀਆਂ ਕਿਲਕਾਰੀਆਂ ਮੇਰੇ ਕੰਨਾਂ ਵਿੱਚ ਪੈਂਦੀਆਂ ਨੇ। ਮੈਂ ਤੜਫਦਾ ਰਹਿੰਦਾ ਹਾਂ। ਉਸ ਦਾ ਚਿਹਰਾ ਮੇਰੀ ਅੱਖਾਂ ਤੋਂ ਓਹਲੇ ਨਹੀਂ ਹੁੰਦਾ। ਜੇਕਰ ਤੂੰ ਉਸ ਨੂੰ ਨਹੀਂ ਪਾਲ ਸਕਦੀ ਸੀ ਤਾਂ ਉਸ ਨੂੰ ਮੇਰੇ ਹਵਾਲੇ ਕਰ ਦਿੰਦੀ, ਪਰ ਜਾਨੋਂ ਕਿਉਂ ਮਾਰ ਦਿੱਤਾ। ਤੇ ਇਹ ਕਹਿ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ, ਪਰ ਉਹ ਬੁੱਤ ਬਣੀ ਬੈਠੀ ਸੀ। ਮੇਰਾ ਦਿਲ ਘਟ-ਘਟ ਜਾ ਰਿਹਾ ਸੀ। ਫਿਰ ਉਹ ਕਹਿਣ ਲੱਗਾ ਕਿ ਮੈਨੂੰ ਪਤਾ ਹੈ ਕਿ ਤੂੰ ਮਹੱਲੇ ਦੇ ਅਤੁਲ ਨੂੰ ਪਸੰਦ ਕਰਦੀ ਹੈ। ਮੈਨੂੰ ਕਹਿ ਦਿੰਦੀ, ਮੈਂ ਤੈਨੂੰ ਤਲਾਕ ਦੇ ਦਿੰਦਾ, ਉਸ ਨਾਲ ਵਿਆਹ ਕਰਵਾ ਲੈਂਦੀ। ਤੂੰ ਬੱਚੇ ਨੂੰ ਕਿਉਂ ਮਾਰ ਦਿੱਤਾ। ਤੈਨੂੰ ਉਹ ਫੇਰ ਵੀ ਨਹੀਂ ਮਿਲਣਾ ਸੀ, ਕਿਉਂਕਿ ਤੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਾ ਸੀ। ਹੁਣ ਤੂੰ ਮੈਨੂੰ ਦੱਸ ਕਿ ਮੈਂ ਕੀ ਕਰਾਂ। ਮੇਰਾ ਕੀ ਕਸੂਰ ਸੀ। ਮੈਂ ਤੈਨੂੰ ਕੀ ਕਹਾਂ। ਤੂੰ ਆਪਣੇ ਇਸ਼ਕ ਦੇ ਚੱਕਰਾਂ ਵਿੱਚ ਮੇਰਾ ਹੱਸਦਾ-ਵੱਸਦਾ ਘਰ ਉਜਾੜ ਦਿੱਤਾ। ਮੇਰੇ ਤੋਂ ਮੇਰੀ ਘਰਵਾਲੀ ਤੇ ਬੱਚਾ ਦੋਨੋਂ ਦੂਰ ਹੋ ਗਏ। ਮੈਂ ਤਾਂ ਇਕੱਲਾ ਰਹਿ ਗਿਆ। ਮੇਰਾ ਘਰ ਖਾਲੀ ਹੋ ਗਿਆ। ਮੇਰਾ ਦਿਲ ਨਹੀਂ ਲੱਗਦਾ। ਮੇਰਾ ਦਿਲ ਉਦਾਸ ਰਹਿੰਦਾ ਹੈ। ਸ਼ਬਨਮ ਦਾ ਘਰਵਾਲਾ 1 ਘੰਟਾ ਬੋਲਦਾ ਰਿਹਾ, ਪਰ ਉਸ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ। ਫਿਰ ਉੱਠ ਕੇ ਚਲਾ ਗਿਆ ਤੇ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ ਕਿ ਇੱਕ ਮਾਂ ਦੀਆਂ ਅੱਖਾਂ ਵਿੱਚ ਇਸ਼ਕ ਦੀ ਪੱਟੀ ਬੰਨ੍ਹੀ ਹੋਈ ਸੀ, ਜਿਸ ਕਰਕੇ ਉਸ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਸੀ। ਆਪਣੇ ਬੱਚੇ ਤੇ ਤਰਸ ਨਹੀਂ ਆਇਆ। ਮੈਨੂੰ ਹੁਣ ਸ਼ਬਨਮ ਤੋਂ ਨਫ਼ਰਤ ਹੋ ਗਈ ਸੀ। ਮੈਂ ਸੋਚ ਰਹੀ ਸੀ ਕਿ ਜੇਲ੍ਹ ਦੀਆਂ ਔਰਤਾਂ ਸ਼ਬਨਮ ਨੂੰ ਕਿੰਨਾ ਕੁਝ ਬੋਲਦੀਆਂ ਹਨ, ਪਰ ਉਹ ਬਿਲਕੁਲ ਸਹੀ ਕਰਦੀਆਂ ਹਨ। ਇਹ ਔਰਤ ਇਸੇ ਲਾਇਕ ਹੈ। ਜਦੋਂ ਕਿ ਸਾਡੀ ਡਿਊਟੀ ਇਸ ਕੰਮ ਤੇ ਹੁੰਦੀ ਹੈ ਕਿ ਜੇਲ੍ਹ ਵਿੱਚ ਕੋਈ ਇੱਕ ਦੂਜੇ ਨਾਲ ਕੋਈ ਬਦਤਮੀਜ਼ੀ ਨਾ ਕਰੇ, ਕੋਈ ਆਪਸ ਵਿੱਚ ਲੜਾਈ ਨਾ ਕਰੇ। ਪਰ ਹੁਣ ਮੈਂ ਚੁੱਪ ਹੋ ਗਈ ਸੀ। ਮੇਰੇ ਸਾਹਮਣੇ ਕੈਦੀ ਔਰਤਾਂ ਨੇ ਉਸ ਨਾਲ ਲੜਾਈ ਕੀਤੀ, ਪਰ ਮੈਂ ਕੁਝ ਨਾ ਕਿਹਾ। ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। 2 ਔਰਤਾਂ ਨੇ ਸ਼ਬਨਮ ਦੀ ਦੁਰਗਤੀ ਕਰ ਦਿੱਤੀ ਸੀ। ਮੈਂ ਚੁੱਪ ਕਰਕੇ ਖੜੀ ਰਹੀ। ਮੈਨੂੰ ਤਾਂ ਸਕੂਨ ਮਿਲ ਰਿਹਾ ਸੀ। ਬਹੁਤ ਦਿਨ ਬੀਤ ਗਏ ਸੀ, ਪਰ ਸ਼ਬਨਮ ਨੇ ਇੱਕ ਸ਼ਬਦ ਨਹੀਂ ਬੋਲਿਆ ਸੀ। ਉਹ ਚੁੱਪ ਹੀ ਸੀ। ਇੱਕ ਦਿਨ ਉਸ ਨੂੰ ਇੱਕ ਬੁੱਢੀ ਔਰਤ ਮਿਲਣ ਲਈ ਆਈ ਸੀ। ਮੈਂ ਹੈਰਾਨ ਹੋ ਗਈ ਸੀ ਕਿ ਉਸ ਨੂੰ ਮਿਲਣ ਕੌਣ ਆਇਆ ਸੀ।
ਉਸ ਨੂੰ 1 ਮਹੀਨਾ ਕੈਦ ਵਿੱਚ ਹੋ ਗਿਆ ਸੀ। ਇੱਕ ਵਾਰ ਉਸ ਦਾ ਘਰਵਾਲਾ ਉਸ ਨੂੰ ਮਿਲਣ ਲਈ ਆਇਆ ਸੀ, ਹੋਰ ਕੋਈ ਵੀ ਨਹੀਂ ਆਇਆ ਸੀ। ਫਿਰ ਪਤਾ ਲੱਗਾ ਕਿ ਉਸ ਦੀ ਮਾਂ ਉਸ ਨੂੰ ਮਿਲਣ ਆਈ ਸੀ। ਮੈਂ ਹੈਰਾਨ ਸੀ ਕਿ ਉਸ ਦੀ ਮਾਂ ਹੁਣ ਤੱਕ ਕਿੱਥੇ ਸੀ, ਹੁਣ ਤੱਕ ਕਿਉਂ ਨਹੀਂ ਉਸ ਨੂੰ ਮਿਲਣ ਆਈ ਸੀ। ਸ਼ਬਨਮ ਦੀ ਮਾਂ ਉਸ ਨੂੰ ਮਿਲ ਕੇ ਜਾਣ ਲੱਗੀ ਤਾਂ ਮੇਰੇ ਕੋਲ ਰੁਕ ਗਈ ਤੇ ਕਹਿਣ ਲੱਗੀ, ਮੇਰੀ ਧੀ ਦਾ ਧਿਆਨ ਰੱਖਿਆ ਕਰੋ, ਬਹੁਤ ਮਾਸੂਮ ਹੈ ਤੇ ਜੇਲ੍ਹ ਵਿੱਚ ਉਸ ਨੂੰ ਕੈਦੀ ਔਰਤਾਂ ਮਾਰਦੀਆਂ ਨੇ। ਇਸ ਵਿਚਾਰੀ ਦੀ ਤਾਂ ਕੋਈ ਜ਼ਿੰਦਗੀ ਨਹੀਂ ਹੈ, ਤੂੰ ਇਸ ਦਾ ਧਿਆਨ ਰੱਖੀ, ਮੈਂ ਤੇਰੇ ਲਈ ਅਰਦਾਸ ਕਰਾਂਗੀ। ਮੈਂ ਉਸ ਵੱਲ ਦੇਖ ਕੇ ਕਿਹਾ ਕਿ ਜੇਕਰ ਤੇਰੀ ਧੀ ਇੰਨੀ ਹੀ ਮਾਸੂਮ ਹੈ ਤਾਂ ਉਸਨੇ ਆਪਣੇ ਪੁੱਤ ਨੂੰ ਕਿਉਂ ਮਾਰਿਆ? ਆਪਣੇ ਆਸ਼ਿਕ ਦੇ ਕਰਕੇ ਹੀ ਮਾਰ ਦਿੱਤਾ। ਉਸ ਦੀ ਮਾਂ ਦੀ ਮੇਰੀ ਗੱਲ ਸੁਣ ਕੇ ਅੱਖਾਂ ਵਿੱਚ ਹੰਝੂ ਭਰ ਗਏ ਤੇ ਕਹਿਣ ਲੱਗੀ, ਇੰਨਾ ਵੱਡਾ ਇਲਜ਼ਾਮ ਮੇਰੀ ਧੀ 'ਤੇ? ਉਸ ਦਾ ਕੋਈ ਆਸ਼ਿਕ ਨਹੀਂ ਹੈ, ਉਸ ਦੇ ਬੱਚੇ ਨੂੰ ਉਸ ਦੇ ਹੀ ਘਰਵਾਲੇ ਨੇ ਮਾਰਿਆ ਹੈ। ਮੈਂ ਨਾਂਹ ਵਿੱਚ ਸਿਰ ਹਿਲਾਇਆ ਅਤੇ ਕਿਹਾ, ਇੰਨੀ ਤਾਂ ਮੈਨੂੰ ਵੀ ਇਨਸਾਨ ਦੀ ਪਛਾਣ ਹੈ, ਇਹ ਔਰਤ ਹੀ ਮੁਜਰਮ ਹੈ। ਅਤੇ ਸ਼ਬਨਮ ਦੀ ਮਾਂ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੀ ਧੀ ਲਈ ਅਦਾਲਤ ਵਿੱਚ ਜਾਵਾਂਗੀ ਤੇ ਮੈਨੂੰ ਉਮੀਦ ਹੈ ਕਿ ਮੇਰੀ ਧੀ ਨੂੰ ਇਨਸਾਫ ਮਿਲੇਗਾ। ਫਿਰ ਤੂੰ ਦੱਸ ਕੀ ਕਰੇਂਗੀ? ਮੇਰੀ ਬੇਕਸੂਰ ਬੱਚੀ ਦਾ ਧਿਆਨ ਰੱਖੇਂਗੀ? ਮੈਂ ਤੇਰੇ ਲਈ ਝੋਲੀ ਭਰ ਭਰ ਕੇ ਦੁਆ ਮੰਗਾਂਗੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਆਪਣੀ ਧੀ ਲਈ ਇਨਸਾਫ ਨਾ ਮੰਗੋ, ਉਹ ਮੁਜਰਮ ਹੈ। ਮੈਨੂੰ ਤਾਂ ਇੰਜ ਲੱਗਦਾ ਹੈ ਕਿ ਤੁਸੀਂ ਉਸ ਨੂੰ ਇਨਸਾਫ ਦਿਵਾ ਕੇ ਉਸ ਦਾ ਫੇਰ ਵਿਆਹ ਕਰਵਾਉਣਾ ਚਾਹੁੰਦੇ ਹੋ ਅਤੇ ਇਹ ਫਿਰ ਉੱਥੇ ਹੀ ਬੱਚਾ ਪੈਦਾ ਕਰੂ ਤੇ ਫਿਰ ਉਹਨੂੰ ਵੀ ਮਾਰ ਦੇਵੂਗੀ। ਸਾਰਾ ਪਾਪ ਤੁਹਾਡੇ ਸਿਰ ਤੇ ਚੜ੍ਹਨਾ ਹੈ। ਸ਼ਬਨਮ ਦੀ ਮਾਂ ਨੇ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਤੂੰ ਇੱਕ ਲੇਡੀ ਕਾਂਸਟੇਬਲ ਹੈ, ਕੋਈ ਰੱਬ ਨਹੀਂ ਹੈ। ਜੋ ਤੇਰਾ ਕੰਮ ਹੈ ਤੂੰ ਆਪਣੀ ਡਿਊਟੀ ਕਰ ਜੋ ਤੈਨੂੰ ਦਿੱਤੀ ਹੈ। ਤੇਰਾ ਕੋਈ ਜਾਤੀ ਮਾਮਲਾ ਨਹੀਂ ਹੈ। ਕਿਉਂ ਕਿਸੇ ਨਾਲ ਬੁਰਾ ਸਲੂਕ ਕਰ ਰਹੀ ਹੈ? ਉਹ ਮੈਨੂੰ ਇਹ ਕਹਿ ਕੇ ਉੱਥੋਂ ਚਲੀ ਗਈ ਸੀ, ਪਰ ਮੈਨੂੰ ਜਾਂਦੇ ਜਾਂਦੇ ਸੋਚਾਂ ਵਿੱਚ ਪਾ ਗਈ ਅਤੇ ਸੱਚ ਹੀ ਕਹਿ ਰਹੀ ਸੀ ਕਿ ਇਹ ਮੇਰਾ ਕੋਈ ਜਾਤੀ ਮਾਮਲਾ ਨਹੀਂ ਹੈ। ਜੋ ਮੇਰੀ ਡਿਊਟੀ ਹੈ ਮੈਨੂੰ ਉਹ ਕਰਨੀ ਚਾਹੀਦੀ ਹੈ ਤੇ ਮੈਨੂੰ ਕਿਸੇ ਕੈਦੀ ਨਾਲ ਜਾਤੀ ਦੁਸ਼ਮਣੀ ਨਹੀਂ ਹੈ। ਫਿਰ ਮੈਂ ਕਰ ਵੀ ਕੀ ਸਕਦੀ ਸੀ? ਮੇਰੇ ਦਿਲ ਵਿੱਚ ਸ਼ਬਨਮ ਲਈ ਥੋੜ੍ਹਾ ਜਿਹਾ ਤਰਸ ਤੇ ਹਮਦਰਦੀ ਹੋਣ ਲੱਗੀ। ਹੁਣ ਮੈਂ ਸੋਚ ਰਹੀ ਸੀ, ਕੀ ਪਤਾ ਸ਼ਬਨਮ ਸੱਚਮੁੱਚ ਹੀ ਬੇਕਸੂਰ ਹੋਵੇ। ਹੁਣ ਜੇ ਕੋਈ ਔਰਤ ਉਸ ਨਾਲ ਬਦਤਮੀਜ਼ੀ ਕਰਦੀ ਤਾਂ ਮੈਂ ਰੋਕ ਦਿੰਦੀ ਸੀ ਤੇ ਸਭ ਨੂੰ ਕਹਿ ਦਿੱਤਾ ਸੀ ਕਿ ਇਸ ਤੇ ਕੋਈ ਹੱਥ ਨਾ ਚੁੱਕੋ। ਉਹ ਹਰ ਸਮੇਂ ਅਦਾਸ ਤੇ ਚੁੱਪ ਰਹਿੰਦੀ ਸੀ। ਸ਼ਾਇਦ ਉਸ ਨੂੰ ਆਪਣੇ ਬੱਚੇ ਦੀ ਜਾਨ ਲੈਣ ਦਾ ਦੁੱਖ ਸੀ। ਫਿਰ ਕੁਝ ਦਿਨਾਂ ਬਾਅਦ ਉਸ ਨੂੰ ਇੱਕ ਮੁੰਡਾ ਮਿਲਣ ਆਇਆ। ਮੈਂ ਉਸ ਨੂੰ ਪੁੱਛਿਆ ਕਿ ਤੇਰਾ ਕੀ ਨਾਂ ਹੈ? ਉਸ ਨੇ ਕਿਹਾ ਕਿ ਮੇਰਾ ਨਾਂ ਅਤੁਲ ਹੈ। ਮੇਰੇ ਕੰਨ ਖੜੇ ਹੋ ਗਏ ਸਨ। ਮੈਂ ਉਹਨਾਂ ਦੀ ਮੁਲਾਕਾਤ ਕਰਾ ਦਿੱਤੀ ਅਤੇ ਮੈਂ ਵੀ ਕੋਲ ਹੀ ਖੜੀ ਹੋ ਗਈ। ਮੈਨੂੰ ਉਹਨਾਂ ਤੇ ਸ਼ੱਕ ਸੀ ਅਤੇ ਮੈਂ ਉਹਨਾਂ ਦੇ ਕੋਲ ਹੀ ਖੜੀ ਰਹੀ। ਮੈਨੂੰ ਇਹ ਸੀ ਕੀ ਪਤਾ ਕਿ ਇਹ ਕੀ ਗੱਲਾਂ ਕਰਦੇ ਨੇ। ਮੈਂ ਉਹਨਾਂ ਦੇ ਆਲੇ ਦੁਆਲੇ ਹੀ ਘੁੰਮਦੀ ਰਹੀ। ਉਹ ਉਸ ਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਸ਼ਬਨਮ, ਤੂੰ ਆਪਣੇ ਬੱਚੇ ਨੂੰ ਕਿਉਂ ਮਾਰ ਦਿੱਤਾ? ਮੈਨੂੰ ਪਤਾ ਹੈ ਕਿ ਤੂੰ ਮੈਨੂੰ ਪਸੰਦ ਕਰਦੀ ਸੀ। ਠੀਕ ਹੈ, ਮੈਂ ਵੀ ਤੈਨੂੰ ਪਸੰਦ ਕਰਦਾ ਹਾਂ, ਪਰ ਤੈਨੂੰ ਬੱਚੇ ਨੂੰ ਨਹੀਂ ਮਾਰਨਾ ਚਾਹੀਦਾ ਸੀ। ਤੂੰ ਆਪਣੇ ਘਰ ਵਾਲੇ ਤੋਂ ਤਲਾਕ ਵੀ ਲੈ ਸਕਦੀ ਸੀ। ਜੇ ਹੁਣ ਤੂੰ ਜੇਲ੍ਹ 'ਚੋਂ ਛੁੱਟ ਵੀ ਗਈ ਤਾਂ ਮੈਂ ਤੈਨੂੰ ਨਹੀਂ ਅਪਣਾ ਸਕਦਾ। ਇੰਨਾ ਕਹਿ ਕੇ ਅਤੁਲ ਉੱਥੋਂ ਚਲਾ ਗਿਆ ਸੀ। ਮੈਂ ਉਸ ਕੋਲ ਗਈ ਤੇ ਕਿਹਾ ਕਿ ਦੇਖ ਲੈ ਦੁਨੀਆ ਦੇ ਰਿਸ਼ਤੇ, ਕੋਈ ਨਹੀਂ ਹੈ ਕਿਸੇ ਦਾ। ਪਰ ਉਸ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਬਸ ਉਹ ਹਮੇਸ਼ਾ ਦੀ ਤਰ੍ਹਾਂ ਕੰਧਾਂ ਵੱਲ ਦੇਖ ਰਹੀ ਸੀ। ਪਰ ਹੁਣ ਮੈਂ ਸ਼ਬਨਮ ਦੀ ਤਰਫ ਦੀ ਕਹਾਣੀ ਜਾਣਨਾ ਚਾਹੁੰਦੀ ਸੀ। ਮੈਨੂੰ ਸ਼ੱਕ ਹੋਣ ਲੱਗਾ ਸੀ ਕਿ ਆਖਰ ਮੈਂ ਸ਼ਬਨਮ ਨੂੰ ਪੁੱਛਾਂ ਕਿ ਆਖਰ ਤੇਰੇ ਦਿਲ ਵਿੱਚ ਕੀ ਆਇਆ ਸੀ? ਕੀ ਤੂੰ ਆਪਣੇ ਬੱਚੇ ਦੀ ਹੀ ਜਾਨ ਲੈ ਲਈ? ਅਤੁਲ ਦੀ ਮੁਹੱਬਤ ਕੀ ਇੰਨੀ ਵੱਡੀ ਹੋ ਗਈ ਸੀ ਕਿ ਮਾਂ ਦੀ ਮਮਤਾ ਛੋਟੀ ਪੈ ਗਈ? ਮੈਂ ਤਾਂ ਆਪਣੇ ਪੁੱਤ ਨੂੰ ਤੋਂ ਬਿਨਾਂ ਨਹੀਂ ਰਹਿ ਸਕਦੀ, ਫਿਰ ਉਸ ਦਾ ਹੌਸਲਾ ਕਿੱਥੇ ਆਇਆ? ਸ਼ਬਨਮ ਦੀ ਕਹਾਣੀ ਜਾਣਨ ਲਈ ਜ਼ਰੂਰੀ ਸੀ ਕਿ ਮੈਂ ਉਸ ਨਾਲ ਦੋਸਤੀ ਕਰਾਂ ਤੇ ਹੁਣ ਮੈਂ ਉਸ ਉੱਤੇ ਗੁੱਸਾ ਨਹੀਂ ਕਰਦੀ ਸੀ, ਸਗੋਂ ਉਸ ਦਾ ਧਿਆਨ ਰੱਖਦੀ ਤੇ ਉਸ ਨੂੰ ਕਹਿੰਦੀ ਕਿ ਰੋਟੀ ਖਾ ਲੈ। ਉਹ ਬਹੁਤ ਕਮਜ਼ੋਰ ਹੋ ਗਈ ਸੀ, ਬਹੁਤ ਘੱਟ ਰੋਟੀ ਖਾਂਦੀ ਸੀ। ਮੈਂ ਉਸ ਨੂੰ ਕਿਹਾ ਕਿ ਜੇਕਰ ਤੂੰ ਬੇਕਸੂਰ ਹੈ ਵੀ ਤਾਂ ਵੀ ਇੱਥੇ ਹੀ ਕੈਦ ਵਿੱਚ ਰਹੇਂਗੀ, ਕਿਉਂਕਿ ਤੂੰ ਕਿਸੇ ਨੂੰ ਕੁਝ ਦੱਸਦੀ ਨਹੀਂ। ਉਹ ਮੇਰੀ ਗੱਲ ਸੁਣਦੀ ਸੀ ਅਤੇ ਇੱਕ ਦਿਨ ਝੱਟ ਬੋਲੀ, ਮੈਂ ਜਿਉਂਦੇ ਨਹੀਂ ਰਹਿਣਾ ਚਾਹੁੰਦੀ,
ਮੈਂ ਮਰ ਜਾਣਾ ਚਾਹੁੰਦੀ ਹਾਂ। ਮੇਰੇ 'ਤੇ ਲਾਹਨਤ ਹੈ। ਮੈਂ ਸਮਝ ਗਈ ਕਿ ਉਸ ਦੇ ਚੁੱਪ ਰਹਿਣ ਦੇ ਪਿੱਛੇ ਕਾਰਨ ਉਸ ਦਾ ਡਿਪਰੈਸ਼ਨ ਵਿੱਚ ਹੋਣਾ ਹੈ। ਜਦੋਂ ਇਨਸਾਨ ਆਪਣੇ ਇਸ਼ਕ ਜਾਂ ਫਿਰ ਕਿਸੇ ਹੋਰ ਗੱਲ ਵਿੱਚ ਕੋਈ ਗਲਤੀ ਕਰ ਲੈਂਦਾ ਹੈ ਤਾਂ ਉਸ ਨਾਲ ਇੱਦਾਂ ਹੀ ਹੁੰਦਾ ਹੈ। ਸ਼ਬਨਮ ਨੂੰ ਵੀ ਆਪਣੇ ਬੱਚੇ ਨਾਲ ਕੀਤੇ ਜ਼ੁਲਮ ਦੀ ਯਾਦ ਆਉਂਦੀ ਸੀ। ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਉਸ ਨੂੰ ਆਪਣੇ ਬੱਚੇ ਦੇ ਕਤਲ ਦਾ ਸਦਮਾ ਸੀ। ਇਸ ਲਈ ਉਹ ਕਹਿੰਦੀ ਸੀ ਕਿ ਮੈਂ ਜਿਉਂਦੇ ਨਹੀਂ ਰਹਿਣਾ ਚਾਹੁੰਦੀ। ਉਹ ਮਰ ਜਾਣਾ ਚਾਹੁੰਦੀ ਸੀ ਅਤੇ ਉਹ ਸ਼ਬਨਮ ਦੀ ਮਾਂ ਨੇ ਕਿਹਾ ਸੀ ਕਿ ਉਹ ਉਸ ਦੇ ਲਈ ਇਨਸਾਫ ਦੀ ਮੰਗ ਕਰੇਗੀ ਔਰ ਅਦਾਲਤ ਵਿੱਚ ਜਾਵੇਗੀ। ਪਰ ਸ਼ਬਨਮ ਨੇ ਆਪਣੇ ਸਿਰ ਦੀ ਸਹੁੰ ਦੇ ਕੇ ਆਪਣੀ ਮਾਂ ਨੂੰ ਮਨਾ ਕੀਤਾ ਕਿ ਮੈਨੂੰ ਸਜ਼ਾ ਭੁਗਤ ਲੈਣ ਦਿਓ, ਮੈਂ ਬਹੁਤ ਬੁਰੀ ਹਾਂ, ਮੈਨੂੰ ਨਾ ਬਚਾਓ। ਪਰ ਉਸ ਦੀ ਮਾਂ ਨੇ ਫੇਰ ਵੀ ਕੇਸ ਫਾਈਲ ਕਰ ਦਿੱਤਾ। ਹੁਣ ਅਦਾਲਤ ਦੀ ਸੁਣਵਾਈ ਹੋਣੀ ਸੀ। ਪਹਿਲੀ ਸੁਣਵਾਈ 'ਤੇ ਮੈਂ ਸ਼ਬਨਮ ਦੇ ਨਾਲ ਨਹੀਂ ਗਈ ਸੀ ਕਿਉਂਕਿ ਉਸ ਸਮੇਂ ਦੂਜੀ ਕਾਂਸਟੇਬਲ ਗਈ ਸੀ। ਜਦੋਂ ਸ਼ਬਨਮ ਵਾਪਸ ਆਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਜੱਜ ਨੂੰ ਕੀ ਕਿਹਾ? ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਿ ਮੈਂ ਆਪਣਾ ਜੁਰਮ ਕਬੂਲ ਕਰ ਲਿਆ ਤੇ ਮੇਰੀ ਸਜ਼ਾ ਫਾਂਸੀ ਤੋਂ ਘੱਟ ਨਹੀਂ ਹੋਣੀ ਚਾਹੀਦੀ। ਮੈਂ ਉਸ ਦੀ ਗੱਲ ਸੁਣ ਕੇ ਚੌਂਕ ਗਈ ਸੀ। ਮੈਂ ਉਸ ਨੂੰ ਪੁੱਛਿਆ ਕਿ ਇਸ ਦੇ ਪਿੱਛੇ ਕੀ ਕਾਰਨ ਹੈ? ਕਹਿਣ ਲੱਗੀ, ਜਦੋਂ ਮੇਰਾ ਪੁੱਤ ਸੂਰਜ ਹੀ ਇਸ ਦੁਨੀਆ ਵਿੱਚ ਨਹੀਂ ਹੈ ਤਾਂ ਮੈਂ ਜੀ ਕੇ ਕੀ ਕਰਨਾ ਹੈ? ਮੈਂ ਉਸ ਨੂੰ ਕਿਹਾ ਕਿ ਤੂੰ ਸੂਰਜ ਨੂੰ ਨਾ ਮਾਰਦੀ, ਕਿਉਂ ਮਾਰ ਦਿੱਤਾ? ਉਹ ਕਹਿਣ ਲੱਗੀ, ਹਾਂ, ਮੈਨੂੰ ਨਹੀਂ ਮਾਰਨਾ ਚਾਹੀਦਾ ਸੀ। ਉਹ ਏਦਾਂ ਦੀਆਂ ਹੀ ਗੱਲਾਂ ਕਰਦੀ ਸੀ। ਹੁਣ ਉਹ ਮੇਰੇ ਨਾਲ ਗੱਲਾਂ ਕਰ ਲੈਂਦੀ ਹੁੰਦੀ ਸੀ। ਉਹ ਕਹਿੰਦੀ, ਹੁਣ ਮੇਰਾ ਸੂਰਜ ਵੱਡਾ ਹੋਣ ਲੱਗ ਗਿਆ ਸੀ ਅਤੇ ਮੈਨੂੰ ਪਛਾਣਨ ਲੱਗਿਆ ਸੀ। ਮੇਰੇ ਵੱਲ ਖੜਾ ਹੋ ਕੇ ਹੱਥ ਨਾਲ ਇਸ਼ਾਰੇ ਕਰਦਾ ਸੀ। ਮੈਨੂੰ ਆਪਣੇ ਕੋਲ ਬੁਲਾਉਂਦਾ ਸੀ। ਮੇਰੇ ਵੱਲ ਹੱਥ ਕਰਕੇ ਕਹਿੰਦਾ ਸੀ ਕਿ ਮੈਨੂੰ ਗੋਦੀ ਚੁੱਕ ਲੈ। ਪਰ ਮੇਰੀ ਮਜਬੂਰੀ ਸੀ, ਮੈਂ ਉਸ ਨੂੰ ਗੋਦੀ ਨਹੀਂ ਚੁੱਕ ਸਕਦੀ ਸੀ। ਮੈਂ ਉਸ ਨੂੰ ਪੁੱਛਿਆ, ਕਿਉਂ? ਤੂੰ ਆਪਣੇ ਬੱਚੇ ਨੂੰ ਗੋਦੀ ਕਿਉਂ ਨਹੀਂ ਚੁੱਕ ਸਕਦੀ ਸੀ? ਮੈਂ ਕਿਹਾ, ਕੀ ਮਜਬੂਰੀ ਸੀ ਜੋ ਨਹੀਂ ਚੁੱਕ ਸਕਦੀ ਸੀ? ਉਸ ਦੇ ਚਿਹਰੇ 'ਤੇ ਅਜੀਬ ਦਰਦ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਉਸ ਨੇ ਅੱਖਾਂ ਸਾਫ਼ ਕਰਦੇ ਹੋਏ ਕਿਹਾ, ਮੈਨੂੰ ਨੀਂਦ ਆ ਰਹੀ ਹੈ, ਤੂੰ ਇੱਥੋਂ ਜਾ। ਮੈਨੂੰ ਲੱਗਾ ਕਿ ਸ਼ਬਨਮ ਆਪਣੇ ਬੱਚੇ ਨੂੰ ਗੋਦੀ ਨਹੀਂ ਚੁੱਕਦੀ ਹੋਣੀ, ਉਸ 'ਤੇ ਜ਼ੁਲਮ ਕਰਦੀ ਹੋਣੀ, ਉਸ ਨੂੰ ਦੁੱਧ ਲਈ ਤਰਸਾਉਂਦੀ ਹੋਣੀ। ਕੀ ਮਜਬੂਰੀ ਸੀ ਜੋ ਉਹ ਉਸ ਨੂੰ ਗੋਦੀ ਵਿੱਚ ਚੁੱਕ ਨਹੀਂ ਸਕਦੀ ਸੀ? ਮੈਨੂੰ ਦਿਨ-ਬ-ਦਿਨ ਉਸ ਤੋਂ ਨਫ਼ਰਤ ਹੋ ਰਹੀ ਸੀ, ਪਰ ਮੈਂ ਉਸ ਨਾਲ ਗੱਲ ਕਰਦੀ ਸੀ ਕਿਉਂਕਿ ਮੈਂ ਉਸ ਤੋਂ ਰਾਜ਼ ਜਾਣਨਾ ਚਾਹੁੰਦੀ ਸੀ। ਨਾਲੇ ਮੇਰੀ ਡਿਊਟੀ ਸੀ ਕਿ ਕੋਈ ਕੈਦੀ ਔਰਤਾਂ ਆਪਸ ਵਿੱਚ ਕੁਝ ਕਰਨ ਨਾ। ਅਦਾਲਤ ਵਿੱਚ ਉਸ ਨੇ ਜੁਰਮ ਕਬੂਲ ਕਰ ਲਿਆ ਸੀ ਤੇ ਫੈਸਲਾ ਵੀ ਆ ਗਿਆ ਸੀ। ਜੱਜ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਉਣੀ ਸੀ। ਉਸ ਦਿਨ ਸ਼ਬਨਮ ਬਹੁਤ ਹੀ ਖੁਸ਼ ਸੀ। ਮੈਂ ਉਸ ਤੋਂ ਉਸ ਦੀ ਖੁਸ਼ੀ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗੀ, ਮੈਂ ਹੁਣ ਆਪਣੇ ਸੂਰਜ ਕੋਲ ਚਲੀ ਜਾਊਂਗੀ, ਆਪਣੇ ਪੁੱਤ ਨੂੰ ਗੋਦੀ ਵਿੱਚ ਚੁੱਕ ਲਵਾਂਗੀ, ਉਸ ਨੂੰ ਗੋਦੀ ਚੁੱਕ ਸਕਦੀ ਹਾਂ, ਹਮੇਸ਼ਾ ਉਸ ਦੇ ਨਾਲ ਰਹੂੰਗੀ, ਉਸ ਦੇ ਖੂਬ ਲਾਡ ਲਡਾਇਆ ਕਰੂੰਗੀ। ਮੈਂ ਕਿਹਾ ਕਿ ਇਸ ਦੁਨੀਆ ਵਿੱਚ ਤੈਨੂੰ ਅਤੁਲ ਦੇ ਪਿਆਰ ਨੇ ਤੈਨੂੰ ਅੰਨਾ ਕਰ ਦਿੱਤਾ ਸੀ ਕਿ ਤੈਨੂੰ ਆਪਣਾ ਪੁੱਤ ਨਹੀਂ ਦਿਸਿਆ? ਤੈਨੂੰ ਕੀ ਲੱਗਦਾ ਹੈ ਕਿ ਇਹ ਸਭ ਕਰਕੇ ਅਤੇ ਪਾਪ ਕਰਨ ਨਾਲ ਤੈਨੂੰ ਰੱਬ ਉਸ ਦੇ ਨਾਲ ਮਿਲਾ ਦੇਊਗਾ? ਸ਼ਬਨਮ ਨੇ ਕਿਹਾ ਕਿ ਮੈਨੂੰ ਪਤਾ ਹੈ ਮੇਰੇ ਨਾਲ ਕੀ ਹੋਵੇਗਾ। ਸ਼ਬਨਮ ਨੂੰ ਹਾਈ ਕੋਰਟ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ, ਪਰ ਉਸ ਦੀ ਮਾਂ ਨੇ ਸੁਪਰੀਮ ਕੋਰਟ ਵਿੱਚ ਕੇਸ ਫਾਈਲ ਕੀਤਾ। ਸ਼ਬਨਮ ਨੇ ਇਸ ਗੱਲ ਦਾ ਗੁੱਸਾ ਕੀਤਾ ਤੇ ਜਦੋਂ ਉਸ ਦੀ ਮਾਂ ਮਿਲਣ ਆਈ ਤਾਂ ਉਸ ਨੇ ਖੂਬ ਲੜਾਈ ਕੀਤੀ ਤੇ ਕਿਹਾ ਕਿ ਮਾਂ, ਤੂੰ ਕਿਉਂ ਮੇਰਾ ਕੇਸ ਅੱਗੇ ਲਾਇਆ ਹੈ? ਮੈਂ ਨਹੀਂ ਜੀਣਾ ਚਾਹੁੰਦੀ ਹਾਂ, ਆਪਣੇ ਬੇਟੇ ਕੋਲ ਜਾਣਾ ਚਾਹੁੰਦੀ ਹਾਂ, ਪਰ ਤੂੰ ਹੈ ਕਿ ਮੇਰੀ ਸਜ਼ਾ ਮਾਫ਼ ਕਰਾਉਣ ਵਿੱਚ ਲੱਗੀ ਹੈ। ਮੈਂ ਨਹੀਂ ਜਿਉਣਾ, ਮੈਨੂੰ ਮੇਰੇ ਪੁੱਤ ਕੋਲ ਜਾਣ ਦੇ। ਸ਼ਬਨਮ ਦੀ ਮਾਂ ਨੇ ਕਿਹਾ ਕਿ ਤੈਨੂੰ ਮੇਰੇ ਸਿਰ ਦੀ ਸਹੁੰ ਹੈ, ਜੇ ਤੂੰ ਇਸ ਵਾਰ ਅਦਾਲਤ ਵਿੱਚ ਝੂਠ ਬੋਲਿਆ, ਤੈਨੂੰ ਹਰ ਗੱਲ, ਹਰ ਇੱਕ ਸ਼ਬਦ ਸੱਚ ਦੱਸਣਾ ਪੈਣਾ ਹੈ ਜੋ ਤੇਰੇ ਨਾਲ ਬੀਤੀ ਹੈ। ਸ਼ਬਨਮ ਖਾਲੀ-ਖਾਲੀ ਅੱਖਾਂ ਨਾਲ ਆਪਣੀ ਮਾਂ ਵੱਲ ਦੇਖ ਰਹੀ ਸੀ। ਖੈਰ, ਸੁਪਰੀਮ ਕੋਰਟ ਦੀ ਸੁਣਵਾਈ ਸੀ। ਇਸ ਵਾਰ ਮੇਰੀ ਤੇ ਦੂਸਰੀ ਲੇਡੀ ਕਾਂਸਟੇਬਲ ਦੀ ਡਿਊਟੀ ਸੀ ਸ਼ਬਨਮ ਦੇ ਨਾਲ ਜਾਣ ਦੀ, ਉਸ ਨੂੰ ਸੁਪਰੀਮ ਕੋਰਟ ਪਹੁੰਚਾਉਣ ਦੀ। ਜੱਜ ਨੇ ਉਸ ਵੱਲ ਧਿਆਨ ਨਾਲ ਦੇਖਿਆ ਅਤੇ ਉਸ ਨੂੰ ਉਸ ਦੇ ਪੂਰੇ ਨਾਮ ਨਾਲ ਬੁਲਾਇਆ। ਜੱਜ ਨੇ ਉਸ ਦੀ ਮੈਡੀਕਲ ਜਾਂਚ ਲਈ ਵੀ ਕਿਹਾ ਸੀ।
ਉਹ ਇਹੀ ਕਹੀ ਜਾ ਰਹੀ ਸੀ ਕਿ ਮੈਂ ਇਹ ਜੁਰਮ ਕੀਤਾ ਹੈ। ਜੱਜ ਨੇ ਮੈਡੀਕਲ ਰਿਪੋਰਟ ਮੰਗੀ ਤੇ ਅਗਲੀ ਸੁਣਵਾਈ ਤੇ ਲੈ ਕੇ ਆਉਣ ਲਈ ਕਿਹਾ। ਮੈਂ ਉਸ ਨੂੰ ਲੈ ਕੇ ਵਾਪਸ ਆ ਗਈ ਤੇ ਉਸ ਦੀ ਮੈਡੀਕਲ ਜਾਂਚ ਕਰਵਾਈ। ਮੈਂ ਸ਼ਬਨਮ ਨੂੰ ਪੁੱਛਿਆ ਕਿ ਅਜਿਹਾ ਕੀ ਹੋ ਸਕਦਾ ਹੈ ਕਿ ਜੱਜ ਨੂੰ ਤੇਰੀ ਮੈਡੀਕਲ ਰਿਪੋਰਟ ਕਰਵਾਉਣੀ ਪਈ। ਉਹ ਕਹਿਣ ਲੱਗੀ, ਮੈਨੂੰ ਪਤਾ ਹੈ, ਪਰ ਨਾ ਹੀ ਮੈਂ ਆਪਣਾ ਮੈਡੀਕਲ ਕਰਵਾਉਣਾ ਹੈ, ਨਾ ਹੀ ਆਪਣੀ ਸਜ਼ਾ ਮਾਫ਼ ਕਰਵਾਉਣੀ ਹੈ। ਮੈਂ ਮਰ ਜਾਣਾ ਚਾਹੁੰਦੀ ਹਾਂ, ਮੇਰਾ ਜੀਣ ਨੂੰ ਦਿਲ ਨਹੀਂ ਕਰਦਾ। ਮੈਂ ਉਸ ਨੂੰ ਪੁੱਛਿਆ ਕਿ ਤੂੰ ਜ਼ਿੰਦਗੀ ਤੋਂ ਇੰਨੀ ਮਾਯੂਸ ਕਿਉਂ ਹੋ ਗਈ ਹੈ? ਮੈਂ ਕਿਹਾ, ਮੈਨੂੰ ਕੁਝ ਤਾਂ ਦੱਸ। ਫਿਰ ਉਹ ਕਹਿਣ ਲੱਗੀ, ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਸਹੇ ਨੇ, ਇਸ ਲਈ ਮੈਂ ਮਰ ਜਾਣਾ ਚਾਹੁੰਦੀ ਹਾਂ। ਮੈਂ ਉਸ ਨੂੰ ਕਿਹਾ ਕਿ ਸਾਡੇ ਥਾਣੇ ਵਿੱਚ ਕਿੰਨੇ ਐਸੇ ਕਾਤਲ ਆਏ ਹਨ ਜੋ ਕਿ ਸਜ਼ਾ ਮਾਫ਼ੀ ਲਈ ਤੜਫਦੇ ਹਨ ਤੇ ਜ਼ਿੰਦਗੀ ਵਿੱਚ ਇੱਕ ਵਾਰੀ ਹੋਰ ਜੀਣਾ ਚਾਹੁੰਦੇ ਨੇ ਅਤੇ ਉਹ ਅਦਾਲਤ ਤੋਂ ਮੌਕਾ ਮੰਗਦੇ ਨੇ। ਫਿਰ ਤੂੰ ਕਿਉਂ ਨਹੀਂ ਜੀਣਾ ਚਾਹੁੰਦੀ? ਉਸਨੇ ਕਿਹਾ, ਮੇਰੀ ਉਮਰ ਘੱਟ ਹੈ, ਮੇਰੇ ਮਾਪਿਓ ਮੈਨੂੰ ਇੱਥੋਂ ਛੁਡਾ ਕੇ ਮੇਰਾ ਵਿਆਹ ਕਰਵਾ ਦੇਣਗੇ। ਮੈਂ ਵਿਆਹ ਨਹੀਂ ਕਰਵਾਉਣਾ, ਮੈਨੂੰ ਮਰਦ ਜਾਤ ਤੋਂ ਨਫ਼ਰਤ ਹੋ ਗਈ ਹੈ। ਮੈਂ ਕਿਹਾ, ਅੱਛਾ, ਇੱਦਾਂ ਕਿਉਂ? ਉਸਨੇ ਕਿਹਾ, ਕੁਝ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ। ਮੇਰਾ ਘਰ ਵਾਲਾ ਬਹੁਤ ਚੰਗਾ ਸੀ। ਅਸੀਂ ਦੋਨੋਂ ਇੱਕ ਦੂਜੇ ਦਾ ਧਿਆਨ ਰੱਖਦੇ ਸੀ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਸਭ ਸਹੀ ਚੱਲ ਰਿਹਾ ਸੀ। ਫਿਰ ਮੈਂ ਪ੍ਰੈਗਨੈਂਟ ਹੋ ਗਈ। ਉਹ ਮੇਰਾ ਧਿਆਨ ਹੋਰ ਵੀ ਜ਼ਿਆਦਾ ਰੱਖਣ ਲੱਗਾ। ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਸਭ ਕੁਝ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਸਾਡੇ ਕੋਲ ਸਭ ਕੁਝ ਸੀ। ਸਾਡੀ ਜ਼ਿੰਦਗੀ ਵਿੱਚ ਤੀਜਾ ਇਨਸਾਨ ਆ ਗਿਆ ਜਿਸ ਨੇ ਸਾਡੀ ਜ਼ਿੰਦਗੀ ਦਾ ਸਕੂਨ ਖੋਹ ਲਿਆ। ਮੈਂ ਡਰ ਗਈ ਕਿ ਸ਼ਬਨਮ ਹੁਣ ਅਤੁਲ ਦਾ ਨਾਂ ਲਊਗੀ, ਕਿਉਂਕਿ ਸ਼ਬਨਮ ਤੇ ਉਸਦੇ ਘਰਵਾਲੇ ਵਿੱਚ ਅਤੁਲ ਹੀ ਆਇਆ ਸੀ। ਪਰ ਸ਼ਬਨਮ ਬੋਲੀ, ਨੀਸ਼ਾ ਆ ਗਈ ਸੀ। ਮੈਂ ਉਸ ਵੱਲ ਦੇਖਿਆ ਤਾਂ ਉਸਨੇ ਕਿਹਾ ਕਿ ਹਾਂ, ਸਾਡੇ ਗਵਾਂਢ ਵਿੱਚ ਨੀਸ਼ਾ ਨਾਂ ਦੀ ਕੁੜੀ ਆ ਗਈ ਸੀ। ਉਹ ਬਹੁਤ ਸੋਹਣੀ ਸੀ। ਮੇਰਾ ਘਰ ਵਾਲਾ ਉਸ ਨੂੰ ਦੇਖਦਾ ਹੀ ਉਸ ਦਾ ਆਸ਼ਿਕ ਬਣ ਗਿਆ। ਮੈਨੂੰ ਤਾਂ ਉਸ ਬਾਰੇ ਕੁਝ ਪਤਾ ਨਹੀਂ ਸੀ। ਮੈਨੂੰ ਤਾਂ ਮੇਰੇ ਘਰ ਵਾਲੇ ਨੇ ਦੱਸਿਆ ਕਿ ਆਪਣੇ ਮਹੱਲੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਆਈ ਹੈ। ਮੈਨੂੰ ਉਸਨੇ ਕਿਹਾ ਕਿ ਤੂੰ ਉਸ ਨੂੰ ਬੁਲਾ ਲਿਆ ਕਰ, ਵਿਚਾਰੀ ਇਕੱਲੀ ਰਹਿੰਦੀ ਹੈ। ਮੈਂ ਆਪਣੇ ਘਰ ਵਾਲੇ ਦੇ ਕਹੇ ਤੋਂ ਨੀਸ਼ਾ ਨਾਲ ਦੋਸਤੀ ਕਰ ਲਈ। ਉਹ ਸਾਡੇ ਘਰ ਆ ਜਾਂਦੀ ਸੀ। ਮੇਰਾ ਘਰ ਵਾਲਾ ਬਹੁਤ ਖੁਸ਼ ਹੋ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਮੇਰੀ ਸਿਹਤ ਖਰਾਬ ਹੋਣ ਲੱਗੀ ਸੀ। ਉਹਨਾਂ ਦਿਨਾਂ ਵਿੱਚ ਮੇਰਾ ਬੇਟਾ ਸੂਰਜ ਆਉਣ ਵਾਲਾ ਸੀ। ਮੈਨੂੰ ਮੇਰਾ ਘਰ ਵਾਲਾ ਕਹਿੰਦਾ ਕਿ ਤੂੰ ਨੀਸ਼ਾ ਨੂੰ ਆਪਣੀ ਮਦਦ ਲਈ ਬੁਲਾ ਲਿਆ ਕਰ। ਮੈਂ ਉਸ ਨੂੰ ਬੁਲਾ ਲੈਂਦੀ ਸੀ। ਮੈਨੂੰ ਕੀ ਪਤਾ ਸੀ ਕਿ ਔਰਤ ਮੇਰੀ ਹੀ ਖੁਸ਼ੀਆਂ ਦੀ ਕਾਤਲ ਹੋਵੇਗੀ। ਇਹ ਗੱਲ ਤਾਂ ਰਾਜ਼ ਹੀ ਰਹਿਣੀ ਸੀ। ਇੱਕ ਦਿਨ ਨਿਸ਼ਾ ਰਸੋਈ ਵਿੱਚ ਚਾਹ ਬਣਾ ਰਹੀ ਸੀ। ਮੈਂ ਆਪਣੇ ਕਮਰੇ ਵਿੱਚ ਲੇਟੀ ਹੋਈ ਸੀ। ਮੇਰੇ ਮਨ ਵਿੱਚ ਆਇਆ ਕਿ ਮੈਨੂੰ ਵੀ ਉਸ ਕੋਲ ਜਾਣਾ ਚਾਹੀਦਾ ਹੈ। ਇੱਦਾਂ ਚੰਗਾ ਨਹੀਂ ਲੱਗਦਾ ਕਿ ਮੈਂ ਆਰਾਮ ਕਰ ਰਹੀ ਹਾਂ ਅਤੇ ਉਹ ਮੇਰੇ ਘਰ ਵਿੱਚ ਕੰਮ ਕਰ ਰਹੀ ਹੈ। ਜਦੋਂ ਮੈਂ ਰਸੋਈ ਵਿੱਚ ਗਈ ਤਾਂ ਮੈਂ ਦੇਖਿਆ ਮੇਰਾ ਘਰ ਵਾਲਾ ਤੇ ਨਿਸ਼ਾ ਦੋਨੋਂ ਹੱਥਾਂ ਵਿੱਚ ਹੱਥ ਪਾਈ ਗੱਲਾਂ ਕਰ ਰਹੇ ਸੀ। ਮੇਰਾ ਘਰ ਵਾਲਾ ਕਹਿ ਰਿਹਾ ਸੀ ਕਿ ਨਿਸ਼ਾ, ਮੈਂ ਤੈਨੂੰ ਜਲਦ ਹੀ ਅਪਣਾਵਾਂਗਾ। ਇਹ ਸਭ ਦੇਖ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਇਹ ਕੀ ਹੋ ਰਿਹਾ ਹੈ? ਮੇਰੀ ਪਿੱਠ ਪਿੱਛੇ ਨਿਸ਼ਾ, ਤੈਨੂੰ ਤਾਂ ਮੈਂ ਦੋਸਤ ਸਮਝਦੀ ਸੀ, ਤੂੰ ਮੇਰੀ ਹੀ ਦੁਨੀਆ ਉਜਾੜ ਦਿੱਤੀ। ਮੇਰੇ ਘਰ ਵਾਲੇ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ। ਇਹ ਪਹਿਲਾ ਦਿਨ ਸੀ ਜਦੋਂ ਉਸਨੇ ਮੇਰੇ ਤੇ ਹੱਥ ਚੁੱਕਿਆ ਸੀ। ਹੁਣ ਉਹ ਰੋਜ਼ ਮੈਨੂੰ ਕੁੱਟਦਾ ਮਾਰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮੇਰਾ ਬੱਚਾ ਇਸ ਦੁਨੀਆ ਵਿੱਚ ਆਵੇ। ਉਹ ਮੈਨੂੰ ਇੰਨਾ ਮਾਰਦਾ ਕਿ ਮੇਰੀ ਰੂਹ ਕੰਬ ਜਾਂਦੀ। ਇੱਕ ਦਿਨ ਉਸਨੇ ਮੇਰੀ ਬਾਂਹ ਤੋੜ ਦਿੱਤੀ। 5 ਦਿਨਾਂ ਬਾਅਦ ਮੇਰੀ ਡਿਲੀਵਰੀ ਹੋ ਗਈ ਸੀ। ਹਸਪਤਾਲ ਵਾਲੇ ਨੇ ਪੁੱਛਿਆ ਕਿ ਬਾਂਹ ਤੇ ਕੀ ਹੋਇਆ। ਮੇਰੇ ਘਰ ਵਾਲੇ ਨੇ ਕਿਹਾ, ਪੌੜੀਆਂ ਤੋਂ ਗਿਰ ਗਈ। ਇੱਦਾਂ ਦਾ ਕੁਝ ਨਹੀਂ ਸੀ। ਮੇਰੀ ਬਾਂਹ ਤੋੜੀ ਸੀ। ਮੈਨੂੰ ਆਪਣਾ ਬੱਚਾ ਚੁੱਕਣ ਲਈ ਵੀ ਦੂਜੇ ਬੰਦੇ ਦੇ ਸਹਾਰੇ ਦੀ ਲੋੜ ਸੀ, ਕਿਉਂਕਿ ਉਸ ਨੂੰ ਠੀਕ ਹੋਣ ਵਿੱਚ ਸਮਾਂ ਲੱਗਣਾ ਸੀ। ਮੈਂ ਆਪਣੇ ਬੱਚੇ ਨੂੰ ਗੋਦੀ ਵਿੱਚ ਚੁੱਕਣ ਨੂੰ ਤਰਸਦੀ ਸੀ। ਇਸ ਖੁਸ਼ੀ ਤੋਂ ਵਾਂਝੀ ਸੀ। ਮੇਰਾ ਘਰ ਵਾਲਾ ਮੈਨੂੰ ਕਹਿੰਦਾ ਕਿ ਮੈਨੂੰ ਦੂਜੇ ਵਿਆਹ ਦੀ ਇਜਾਜ਼ਤ ਦੇ। ਮੈਂ ਉਸ ਨੂੰ ਮਨਾ ਕਰ ਦਿੱਤਾ ਸੀ, ਕਿਉਂਕਿ ਉਹ ਤਾਂ ਹੁਣੇ ਮੇਰਾ ਦੁਸ਼ਮਣ ਬਣਿਆ ਸੀ। ਵਿਆਹ ਤੋਂ ਬਾਅਦ ਤਾਂ ਮੇਰਾ ਜਿਉਣਾ ਦੁੱਭਰ ਕਰ ਦਿੰਦਾ। ਮੈਂ ਆਪਣੀ ਮਾਂ ਨੂੰ ਵੀ ਨਹੀਂ ਦੱਸਿਆ ਸੀ। ਉਹ ਮੈਨੂੰ ਆਨੇ ਬਹਾਨੇ ਮਾਰਦਾ, ਕਦੇ ਕਿਸੇ ਕੰਮ ਵਿੱਚ ਨੁਕਸ ਕੱਢਦਾ ਤੇ ਕਦੇ ਕਿਸੇ ਵਿੱਚ। ਮੈਨੂੰ ਆਪਣੇ ਪੁੱਤ ਨਾਲ ਬਹੁਤ ਪਿਆਰ ਸੀ। ਮੈਨੂੰ ਉਸ ਨਾਲ ਆਪਣੀ ਜ਼ਿੰਦਗੀ ਵਧੀਆ ਲੱਗਦੀ ਸੀ। ਉਹ ਮੇਰੀ ਖੁਸ਼ੀਆਂ ਦਾ ਖਜ਼ਾਨਾ ਸੀ। ਮੇਰਾ ਘਰ ਵਾਲਾ ਅੱਜ ਕੱਲ੍ਹ ਗੁੱਸੇ ਵਿੱਚ ਰਹਿੰਦਾ ਸੀ। ਹਰ ਗੱਲ ਤੇ ਮੈਨੂੰ ਕੁੱਟਣ ਆਉਂਦਾ ਸੀ। ਇੱਕ ਦਿਨ ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਅੱਖਾਂ ਅੱਗੇ ਬਰਦਾਸ਼ਤ ਨਹੀਂ ਕਰ ਸਕਦਾ। ਬਸ ਆਪਣੇ ਬੱਚੇ ਕਰਕੇ ਚੁੱਪ ਹਾਂ। ਉਹ ਤੇਰੇ ਨਾਲ ਅਟੈਚ ਹੈ। ਹੁਣ ਮੈਂ ਡਰ ਗਈ ਸੀ ਕਿ ਕਿਤੇ ਮੇਰੇ ਤੋਂ ਮੇਰਾ ਬੱਚਾ ਨਾ ਖੋਹ ਲਵੇ। ਮੈਂ ਸਾਰਾ ਦਿਨ ਰੋਂਦੀ ਰਹਿੰਦੀ ਤੇ ਆਪਣੇ ਬੱਚੇ ਨੂੰ ਪਿਆਰ ਕਰਦੀ ਰਹਿੰਦੀ ਸੀ। ਮੇਰੇ ਦਿਲ ਵਿੱਚ ਡਰ ਬਹਿ ਗਿਆ ਸੀ ਕਿ ਜੇਕਰ ਮੇਰੇ ਤੋਂ
ਮੇਰਾ ਬੱਚਾ ਖੋਹ ਲਿਆ, ਫਿਰ ਮੈਂ ਕੀ ਕਰੂੰਗੀ। ਖੈਰ ਇੱਕ ਦਿਨ ਮੇਰਾ ਘਰ ਵਾਲਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਨਿਸ਼ਾ ਨਾਲ ਵਿਆਹ ਕਰਵਾਉਣ ਜਾ ਰਿਹਾ ਹਾਂ। ਮੈਂ ਕਿਹਾ ਮੇਰਾ ਨਹੀਂ ਤਾਂ ਮੇਰੇ ਬੱਚੇ ਦਾ ਹੀ ਲਿਹਾਜ਼ ਕਰ ਲਓ। ਮੇਰਾ ਸੂਰਜ ਝੁੱਲੇ ਵਿੱਚ ਪਿਆ ਸੀ। ਮੇਰਾ ਘਰ ਵਾਲਾ ਉਸ ਵੱਲ ਵਧਿਆ ਤੇ ਬੱਚਾ ਚੁੱਕ ਕੇ ਕਹਿਣ ਲੱਗਾ, ਦੇਖ ਹੁਣ ਮੈਂ ਕੀ ਕਰਦਾ ਹਾਂ। ਉਸਨੇ ਬੱਚੇ ਨੂੰ ਬੈੱਡ ਤੋਂ ਨੀਚੇ ਜ਼ਮੀਨ ਤੇ ਜ਼ੋਰ ਨਾਲ ਮਾਰਿਆ। ਮੇਰੇ ਪੁੱਤ ਦੀ ਇੱਕ ਸਿਸਕੀ ਆਈ ਤੇ ਉਹ ਹਮੇਸ਼ਾ ਲਈ ਚੁੱਪ ਹੋ ਗਿਆ। ਮੈਂ ਉੱਚੀ ਉੱਚੀ ਚੀਕਾਂ ਮਾਰਦੀ ਹੋਈ ਰੋਣ ਲੱਗੀ। ਉਸ ਕੋਲ ਜਾਣ ਲੱਗੀ, ਮੇਰੇ ਘਰ ਵਾਲੇ ਨੇ ਮੇਰਾ ਹੱਥ ਫੜ ਲਿਆ। ਮੇਰੇ 6 ਮਹੀਨੇ ਦੇ ਬੱਚੇ ਨੂੰ ਮੇਰੇ ਸਾਹਮਣੇ ਦਮ ਤੋੜ ਦਿੱਤਾ। ਮੇਰੇ ਬੱਚੇ ਨੇ ਅੱਖਾਂ ਬੰਦ ਕਰ ਲਈਆਂ। ਉਸ ਦੀਆਂ ਅੱਖਾਂ ਵਿੱਚ ਸ਼ਿਕਾਇਤ ਸੀ, ਉਸ ਦੇ ਚਿਹਰੇ 'ਤੇ ਦਰਦ ਸੀ, ਉਸ ਦੇ ਬੁੱਲ੍ਹਾਂ 'ਤੇ ਸ਼ਿਕਵਾ ਸੀ, ਜਿਵੇਂ ਉਹ ਫਰਿਆਦ ਕਰ ਰਿਹਾ ਹੋਵੇ, ਮਾਂ ਮੈਨੂੰ ਗੋਦੀ ਚੁੱਕ ਲਓ, ਮੈਨੂੰ ਤਸੱਲੀ ਦਿਓ। ਪਰ ਮੇਰੇ ਘਰ ਵਾਲੇ ਨੇ ਮੇਰਾ ਹੱਥ ਨਹੀਂ ਛੱਡਿਆ। ਮੈਂ ਰੋਂਦੀ ਰਹੀ, ਤਰਲੇ ਕਰਦੀ ਰਹੀ, ਪਰ ਉਸ ਨੂੰ ਤਰਸ ਨਹੀਂ ਆਇਆ। ਮੈਂ ਫਰਿਆਦ ਕੀਤੀ, ਮੈਨੂੰ ਆਪਣੇ ਬੱਚੇ ਕੋਲ ਜਾਣ ਦਿਓ। ਮੇਰੇ ਬੱਚੇ ਦੇ ਬੁੱਲ੍ਹ ਸੁੱਕ ਰਹੇ ਸੀ। ਉੱਧਰ ਮੇਰੇ ਘਰ ਵਾਲੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਲੋਕੋ ਦੇਖੋ, ਮੇਰੀ ਘਰਵਾਲੀ ਨੇ ਮੇਰੇ ਇਕਲੌਤੇ ਪੁੱਤ ਨੂੰ ਮਾਰ ਦਿੱਤਾ। ਇੱਕ ਪਾਸੇ ਮੇਰੇ ਪੁੱਤ ਦੀ ਲਾਸ਼ ਸੀ ਤੇ ਦੂਜੇ ਪਾਸੇ ਮੇਰੇ ਘਰ ਵਾਲੇ ਨੇ ਮੇਰੇ ਉੱਤੇ ਇਲਜ਼ਾਮ ਲਾ ਦਿੱਤਾ ਸੀ। ਇੰਨੇ ਨੂੰ ਮੁਹੱਲੇ ਵਾਲੇ ਆ ਗਏ। ਉਸਨੇ ਕਿਹਾ ਕਿ ਮੇਰੇ ਪੁੱਤ ਨੂੰ ਮਾਰਨ ਤੋਂ ਬਾਅਦ ਮੈਨੂੰ ਵੀ ਮਾਰਨਾ ਚਾਹੁੰਦੀ ਹੈ। ਇਸ ਦਾ ਅਤੁਲ ਨਾਲ ਚੱਕਰ ਹੈ, ਜਦੋਂ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਅਤੁਲ ਕੌਣ ਹੈ। ਕਿਸੇ ਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਮੈਨੂੰ ਇੱਥੋਂ ਲੈ ਕੇ ਆ ਗਈ। ਉਸਨੇ ਇੱਥੇ ਆ ਕੇ ਵੀ ਡਰਾਮਾ ਕੀਤਾ ਤੇ ਅਤੁਲ ਨੂੰ ਵੀ ਭੇਜ ਦਿੱਤਾ, ਇਸ ਗੱਲ ਨੂੰ ਕਨਫਰਮ ਕਰਨ ਲਈ। ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਮੇਰੇ ਪੁੱਤ ਦੀਆਂ ਸਿਸਕੀਆਂ ਮੇਰੇ ਕੰਨਾਂ ਵਿੱਚ ਨੇ। ਮੇਰਾ ਪੁੱਤ ਮੇਰੇ ਸਾਹਮਣੇ ਕਿੱਦਾਂ ਦਮ ਤੋੜ ਗਿਆ ਤੇ ਮੈਂ ਕੁਝ ਵੀ ਨਾ ਕਰ ਸਕੀ, ਉਹਨੂੰ ਆਪਣੀ ਗੋਦੀ ਵਿੱਚ ਵੀ ਨਹੀਂ ਚੁੱਕ ਸਕੀ। ਉਸ ਦੀਆਂ ਅੱਖਾਂ ਇੰਤਜ਼ਾਰ ਕਰ ਰਹੀਆਂ ਸੀ, ਮੇਰੀ ਮਾਂ ਮੈਨੂੰ ਗਲ ਨਾਲ ਲਾ ਲਓ ਤਾਂ ਜੋ ਉਸ ਦਾ ਦਰਦ ਘੱਟ ਹੋ ਜਾਵੇ। ਉਹ ਕਹਿਣ ਲੱਗੀ, ਮੈਂ ਜੀਣਾ ਨਹੀਂ ਚਾਹੁੰਦੀ, ਮੈਂ ਮਰ ਜਾਣਾ ਚਾਹੁੰਦੀ ਹਾਂ ਤਾਂ ਜੋ ਮੇਰਾ ਬੱਚਾ ਮੇਰੇ ਵਿੱਚ ਗੋਦੀ ਵਿੱਚ ਸੌਂ ਸਕੇ। ਇਹ ਕਹਿ ਕੇ ਸ਼ਬਨਮ ਉੱਚੀ ਉੱਚੀ ਰੋਣ ਲੱਗੀ। ਮੈਂ ਉਸ ਨੂੰ ਦਿਲਾਸਾ ਦਿੱਤਾ ਤੇ ਕਿਹਾ, ਸਬਰ ਕਰ, ਮੈਨੂੰ ਨਹੀਂ ਪਤਾ ਸੀ ਉਸਨੇ ਮੈਨੂੰ ਮਨਘੜਤ ਕਹਾਣੀ ਸੁਣਾਈ ਸੀ ਜਾਂ ਫਿਰ ਸੱਚ ਸੀ। ਖੈਰ ਫਿਰ ਉਸ ਦੀ ਕੇਸ ਦੀ ਸੁਣਵਾਈ ਦਾ ਦਿਨ ਆਇਆ। ਉਸ ਨੂੰ ਅਦਾਲਤ ਲੈ ਕੇ ਗਏ। ਜੱਜ ਨੇ ਉਸ ਦੀ ਮੈਡੀਕਲ ਰਿਪੋਰਟ ਦੇਖੀ ਤੇ ਪੁੱਛਿਆ, ਤੁਹਾਡਾ ਹੱਥ ਕਿੱਦਾਂ ਟੁੱਟ ਗਿਆ ਸੀ। ਸ਼ਬਨਮ ਜ਼ੋਰ-ਜ਼ੋਰ ਦੀ ਰੋਣ ਲੱਗੀ। ਮੈਡੀਕਲ ਰਿਪੋਰਟ ਵਿੱਚ ਸਾਬਤ ਹੋ ਗਿਆ ਸੀ ਕਿ ਉਸ 'ਤੇ ਬਹੁਤ ਦਿਨ ਅਤਿਆਚਾਰ ਹੁੰਦਾ ਰਿਹਾ। ਉਸ ਦੀਆਂ ਕਈ ਹੱਡੀਆਂ ਟੁੱਟੀਆਂ, ਉਸ ਦੇ ਸਰੀਰ 'ਤੇ ਜ਼ਖਮਾਂ ਦੇ ਨਿਸ਼ਾਨ ਸੀ। ਉਹ ਮਰ ਜਾਣਾ ਚਾਹੁੰਦੀ ਸੀ। ਉਹ ਜਿੰਨਾ ਨਹੀਂ ਚਾਹੁੰਦੀ ਸੀ, ਉਸ ਦਾ ਪੁੱਤ ਮਰ ਗਿਆ ਸੀ। ਉਹ ਆਪਣੇ ਅੰਦਰ ਸਭ ਦਰਦ ਲੁਕਾਈ ਬੈਠੀ ਸੀ। ਉਹ ਨਿਰਦੋਸ਼ ਸੀ, ਮੈਂ ਉਸ ਨੂੰ ਕਸੂਰਵਾਰ ਮੰਨਦੀ ਰਹੀ। ਖੈਰ ਕੇਸ ਦੇ ਫੈਸਲੇ ਦਾ ਦਿਨ ਆ ਗਿਆ। ਅਦਾਲਤ ਨੇ ਉਸ ਨੂੰ ਬੇਕਸੂਰ ਸਾਬਤ ਕੀਤਾ ਤੇ ਉਸ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਅਤੇ ਉਸ ਦੇ ਘਰਵਾਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸ਼ਬਨਮ ਬੇਕਸੂਰ ਸੀ। ਮੈਨੂੰ ਉਸ ਨਾਲ ਕੀਤੇ ਆਪਣੇ ਵਰਤਾਵ 'ਤੇ ਸ਼ਰਮ ਆ ਰਹੀ ਸੀ। ਸ਼ਬਨਮ ਹੁਣ ਆਪਣੇ ਘਰ ਜਾ ਚੁੱਕੀ ਸੀ। ਉਹ ਹੁਣ ਵੀ ਆਪਣੇ ਪੁੱਤ ਨੂੰ ਯਾਦ ਕਰਕੇ ਬਹੁਤ ਰੋਂਦੀ ਹੈ। ਮੈਨੂੰ ਪਤਾ ਸੀ ਉਸ ਨਾਲ ਜ਼ੁਲਮ ਹੋ ਗਿਆ। ਮੈਂ ਹਮੇਸ਼ਾ ਦੁਆ ਕਰਦੀ ਹਾਂ ਕਿ ਪਰਮਾਤਮਾ ਉਸ ਨੂੰ ਸਬਰ ਬਖਸ਼ੇ ਅਤੇ ਹਿੰਮਤ ਦੇਵੇ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਜੀ, ਸ਼ੇਅਰ ਕਰੋ ਜੀ। ਚੈਨਲ 'ਤੇ ਪਹਿਲੀ ਵਾਰੀ ਆਏ ਹੋ, ਸਬਸਕ੍ਰਾਈਬ ਜ਼ਰੂਰ ਕਰਿਓ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।